ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਸੋਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਅੱਜ ਪਠਾਨਕੋਟ ਦੇ ਆਡੀਟੋਰੀਅਮ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਜਿਹੜਾ ਕੀਤਾ ਗਿਆ ਹੈ। ਇਹ ਵਰਕਸ਼ਾਪ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ, ਜਿੱਥੇ ਕਿ ਚੰਡੀਗੜ੍ਹ ਤੋਂ ਟੀਮ ਪਹੁੰਚੀ ਹੈ ਤੇ ਗੁਰਦਾਸਪੁਰ ਤੇ ਪਠਾਨਕੋਟ ਦੀ ਵੱਖ-ਵੱਖ ਕਾਰਪੋਰੇਸ਼ਨ ਤੇ ਜਿਹੜੀਆਂ ਕਾਉਂਸਲਾਂ ਨੇ ਉਹਨਾਂ ਦੇ ਇੱਥੇ ਅਧਿਕਾਰੀ ਵੀ ਮੌਜੂਦ ਨੇ ਤੇ ਐਮਸੀ ਵੀ ਮੌਜੂਦ ਨੇ ਤੇ ਮੇਅਰ ਸਾਹਿਬ ਵੀ ਪਹੁੰਚੇ ਨੇ ਤੇ ਡੀਸੀ ਸਾਹਿਬ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਤੇ ਸ਼ਹਿਰ ਦੇ ਵਿੱਚ ਕਿਸ ਤਰੀਕੇ ਨਾਲ ਸੋਲਿਡ ਵੇਸਟ ਮੈਨੇਜਮੈਂਟ ਨੂੰ ਬਣਾਉਣਾ ਹੈ, ਜਿਹੜੀ ਸੋਲਿਡ ਵੇਸਟ ਹੁੰਦਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਡੀਕੰਪੋਜ਼ ਕਰਨਾ ਹੈ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਟਿਕਾਣੇ ਤੇ ਲਗਾਉਣਾ, ਉਹ ਸਾਰੀ ਜਿਹੜੀ ਟ੍ਰੇਨਿੰਗ ਇੱਥੇ ਦਿੱਤੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਕਿ ਸੋਲਿਡ ਵੇਸਟ ਮੈਨੇਜਮੈਂਟ ਨੂੰ ਕਿਸ ਤਰੀਕੇ ਨਾਲ ਚਲਾਉਣਾ ਹੈ, ਕਿਉਂਕਿ ਇੱਥੇ ਬਹੁਤ ਸਾਰੀਆਂ ਦੇਖ ਸਕਦੇ ਹੋ ਕਿ ਵਰਕਸ਼ਾਪ ਲੱਗੀਆਂ ਹੋਈਆਂ ਨੇ। ਜਿਹੜੇ ਡਿਸਪੋਜ਼ਲ ਜਿਹੜੇ ਯੂਜ਼ ਕਰਦੇ ਨੇ ਅਸੀਂ, ਉਹ ਹੁਣ ਇੱਥੇ ਕੇਲੇ ਦੇ ਪੱਤਿਆਂ ਤੋਂ ਬਣੇ ਹੋਏ ਬਾਂਸ ਦੇ ਜਿਹੜੇ ਕਿ ਪ੍ਰੋਡਕਟ ਨੇ, ਉਹ ਇੱਥੇ ਸਾਰੇ ਪਲੇਟਾਂ ਨੇ, ਚਮਚੇ ਨੇ, ਸਟ੍ਰॉ ਨੇ, ਬਹੁਤ ਸਾਰੇ ਜਿਹੜੇ ਕਿ ਕੁਦਰਤੀ ਤੌਰ ਦੇ ਬਣਾਏ ਗਏ ਨੇ, ਜਿਹੜੇ ਕਿ ਆਸਾਨੀ ਦੇ ਨਾਲ ਵਾਤਾਵਰਨ ਦੇ ਵਿੱਚ ਘੁਲਣਸ਼ੀਲ ਵੀ ਨੇ। ਇਹਨਾਂ ਬਾਰੇ ਥੋੜੀ ਜਿਹੀ ਇਹਨਾਂ ਕੋਲ ਭਾਜੀ ਨੂੰ ਕੋਈ ਜਾਣਕਾਰੀ ਜਾਣਦੇ ਹਾਂ। ਭਾਜੀ ਕੀ ਪ੍ਰੋਡਕਟਸ ਨੇ ਸਾਰੇ? सर दिस इज अ बायोडिग्रेडेबल प्रोडक्ट्स जी, ये नॉन प्लास्टिक जी अपने प्लेट्स है। ਤੇ ਇਹ ਕਿਹੜੀ ਚੀਜ਼ ਤੋਂ ਬਣੀਆਂ ਹੁੰਦੀਆਂ ਨੇ? सर बने शुगर कैन दी शुगर कैन की पल्प की बनी होंगी है जी। इन्हें कि सानू अपने एनवायरनमेंट का कोई पोल्यूशन का कोई खतरा नहीं होता है जी। प्लास्टिक एक बार चीज पेड़ सड़ती नहीं, गलती भी नहीं है, ਇਹ ਗੱਲ ਨਹੀਂ ਰਾਮ 3-4 दिन बाद आराम ਨਾਲ गल जाती ਤੇ है। ਹੈ ਵੀ ਇਹ ਠੋਸ ਨੇ ਕਿ ਕਿਸੇ ਕਿਤੇ ਵੀ ਅਸੀਂ ਵਰਤ ਵੀ ਸਕਦੇ ਹਾਂ ਨਾ। ਸੋ ਬਾਇਓਡੀਗ੍ਰੇਡੇਬਲ ਜਿਹੜੇ ਪ੍ਰੋਡਕਟਸ ਨੇ ਇਹ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਗੰਨੇ ਦੀ ਜਿਹੜੀ ਖੱਖ ਜੀ ਨਿਕਲਦੀ ਆ ਉਦੋਂ ਤੋਂ ਇਹ ਜਿਹੜੇ ਪ੍ਰੋਡਕਟ ਬਣਾਏ ਜਾਂਦੇ ਆ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਕਿ ਪ੍ਰੋਡਕਟ ਆ ਜਿਹੜੇ ਆਰਾਮ ਨਾਲ ਇਨਵਾਇਰਨਮੈਂਟ ਦੇ ਵਿੱਚ ਘੁਲਣਸ਼ੀਲ ਨੇ। ਪਲਾਸਟਿਕ ਜਿਹੜੀ ਕਿ ਬਹੁਤ ਹਾਰਮਫੁਲ ਹੁੰਦੀ ਆ, ਸੋ ਉਹਦੇ ਜਿਹੜੇ ਕਿ ਬਦਲੇ ਦੇ ਉੱਤੇ ਤੌਰ ਦੇ ਉੱਤੇ ਹੁਣ ਇਹ ਪ੍ਰੋਡਕਟ ਯੂਜ਼ ਕੀਤੇ ਜਾਣਗੇ। ਸੋ ਬਹੁਤ ਵਧੀਆ ਉਪਰਾਲਾ ਜਿਹੜਾ ਹੈ ਸਰਕਾਰ ਦੇ ਵੱਲੋਂ ਵੀ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਆਮ ਲੋਕ ਕਿਸ ਤਰੀਕੇ ਦੇ ਨਾਲ ਦੇਖਦੇ ਨੇ, ਕਿਉਂਕਿ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਗੰਦਗੀ ਆ, ਸੀਵਰੇਜ ਬਲੌਕ ਹੋਏ ਪਏ ਨੇ। ਹੁਣੇ ਜਦੋਂ ਅਸੀਂ ਗੱਲ ਕੀਤੀ ਹੈ, ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਸ਼ਹਿਰ ਦੇ ਵਿੱਚ ਵਿਵਸਥਾ ਜਿਹੜੀ ਸੀਵਰੇਜ ਦੀ ਚਰਮਰਾਈ ਹੋਈ ਹੈ, ਤਾਂ ਉਸ ਚਰਮਰਾਈ ਹੋਈ ਵਿਵਸਥਾ ਨੂੰ ਕਿਸ ਤਰੀਕੇ ਨਾਲ ਠੀਕ ਕੀਤਾ ਜਾਏਗਾ। ਪਰ ਉਹ ਕਿਤੇ ਨਾ ਕਿਤੇ ਉਹ ਜਿਹੜਾ ਦੋਸ਼ ਹੈ ਉਹ ਜ਼ਿਆਦਾਤਰ ਪਠਾਨਕੋਟ ਦੇ ਨਾਗਰਿਕਾਂ ਦਾ ਹੀ ਦੱਸਿਆ ਜਾ ਰਿਹਾ, ਕਿਉਂਕਿ ਜਦੋਂ ਉਹ ਸੀਵਰੇਜ ਖੋਲ੍ਹੇ ਜਾਂਦੇ ਨੇ ਤੇ ਉੱਥੇ ਬਹੁਤ ਸਾਰੀਆਂ ਕੁਇੰਟਲਾਂ ਦੇ ਹਿਸਾਬ ਨਾਲ ਪਲਾਸਟਿਕ ਦੀਆਂ ਬੋਤਲਾਂ, ਰਜਾਈਆਂ, ਗੱਦੇ ਤੇ ਹੋਰ ਬਹੁਤ ਕੁਝ ਮਿਲਦਾ ਹੈ, ਜਿਹਦੇ ਕਰਕੇ ਸੀਵਰੇਜ ਬਲੌਕ ਹੁੰਦਾ ਹੈ। ਤੇ ਜਿੱਥੇ ਕਾਰਪੋਰੇਸ਼ਨ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਦੌੜ ਦੇ ਵਿੱਚ ਹੈ, ਉੱਥੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨੂੰ ਵੀ ਉਹ ਭਾਲ ਰਹੀ ਹੈ। ਅੱਜ ਸਰ ਇਸ ਵਰਕਸ਼ਾਪ 'ਤੇ ਪਹੁੰਚੇ ਹੋ ਸਰ? ਹਾਂਜੀ, ਅੱਜ ਜਿਹੜੀ ਵਰਕਸ਼ਾਪ ਹੈਗੀ ਹੈ ਸਾਡੀ PMIDC ਚੰਡੀਗੜ੍ਹ ਵੱਲੋਂ ਆਰਗੇਨਾਈਜ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਪਠਾਨਕੋਟ ਕਾਰਪੋਰੇਸ਼ਨ ਔਰ ਸਾਡੇ ਆਲੇ ਦੁਆਲੇ ਦੇ ਵੇਰੀਅਸ ਕਮੇਟੀਜ਼ ਐਂਡ ਕਾਰਪੋਰੇਸ਼ਨ ਦੇ ਇੰਪਲੋਈਜ਼ ਔਰ ਹੋਰ ਜਿਹੜੇ ਇੰਪੋਰਟੈਂਟ ਪਰਸਨਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜਿਹੜਾ ਸਵੱਛ ਭਾਰਤ ਸਰਵੇਖਣ ਹੋਣਾ ਹੈਗਾ ਉਹਦੇ 'ਚ ਕੀ ਕਰਨਾ ਹੈ, ਕੀ ਚੀਜ਼ਾਂ ਹੈਗੀਆਂ। ਇੱਕ ਓਵਰਆਲ ਵਿਊ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਸਾਡੇ ਟ੍ਰੇਨਰਸ ਆਏ ਹੈਗੇ ਆ, ਜਿਹੜੇ ਕਿ ਉਹ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਕੇ ਸਭ ਨੂੰ ਇਸ ਬਾਰੇ ਗਿਆਨ ਦੇ ਰਹੇ ਹਨ, ਤਾਂ ਕਿ ਜਿਹੜੀ ਹੈਗੀ ਹੈ ਲੋਕ ਜਾਣ ਸਕਣ ਕਿ ਕੀ ਚੀਜ਼ਾਂ ਕਰਨੀਆਂ ਹਨ। ਜਿਹੜੇ ਸਾਡੇ ਸਟੇਕ ਹੋਲਡਰਸ ਹੈਗੇ ਆ ਉਹਨਾਂ ਦਾ ਕੀ ਰੋਲ ਹੈ, ਕਿੱਥੇ ਕਮੀਆਂ ਪੇਸ਼ੀਆਂ, ਕਿੱਥੇ ਪਾਸੇ ਜ਼ਿਆਦਾ ਇੰਪੋਰਟੈਂਸ ਦੇਣੀ ਹੈ, ਉਹ ਸਾਰਾ ਸੈਸ਼ਨ ਚੱਲੇਗਾ। ਤਾਂ ਆਮ ਸ਼ੋਰ ਇਹਦੇ ਨਾਲ ਸਭ ਨੂੰ ਫਾਇਦਾ ਹੋਏਗਾ ਔਰ ਸਾਡੀ ਜਿਹੜੀ ਸਾਡੀ ਸਟੈਂਡਿੰਗ ਹੈਗੀ ਉਹ ਇੰਪਰੂਵ ਕਰੇਗੀ। ਸ਼ਹਿਰ 'ਚ ਸਰ ਸੀਵਰੇਜ ਦੀ ਵਿਵਸਥਾ ਉਹ ਦੱਸਿਆ ਤੁਹਾਨੂੰ, ਤੁਸੀਂ ਬੋਲੇ, ਤੁਸੀਂ ਸੁਣਿਆ ਹੋਣਾ ਜਦੋਂ ਡਾਕਟਰ ਸਾਹਿਬ ਨੇ ਬੋਲਿਆ ਕੀ ਹੋਇਆ ਹੈਗਾ। ਸੀਵਰੇਜ ਦੇ ਵਿੱਚੋਂ 5 ਲੀਟਰ ਵਾਲੀਆਂ ਜਿਹੜੀਆਂ ਤੁਹਾਡੀਆਂ 5 ਪਲਾਸਟਿਕ ਦੀਆਂ ਬੋਤਲਾਂ ਵੱਡੀਆਂ ਨਿਕਲੀਆਂ, ਹੁਣ ਉਹ ਆਪ ਤਾਂ ਅੰਦਰ ਜਾ ਨਹੀਂ ਸਕਦੀਆਂ ਜੀ ਉਹਦੇ ਵਿੱਚ। ਤੇ ਇਹ ਵੀ ਹੈਵ ਟੂ ਲੁੱਕ ਐਟ ਇਟ ਕਿ ਕਿਉਂ ਹੋ ਰਿਹਾ ਇੱਦਾਂ। ਰਜਾਈਆਂ ਨਿਕਲੀਆਂ ਵਿੱਚੋਂ ਜੀ, ਐਂਡ ਭਰ ਕੇ ਦੂਜੀਆਂ ਬੋਤਲਾਂ ਨਿਕਲੀਆਂ, बोरियां भर के। सो वी हैव टू लुक एट इट कि की हो रहा है। वी विल लुक एट इट, डेफिनेटली विल गो इनटू इट। संदीपनी गुरुकुल एकदम वैसा ही स्कूल जैसा हमें चाहिए था। ऐसा स्कूल जिसने वैदिक भारत की गुरुकुल शिक्षा पद्धति पर शोध किया और अपने आप को वैसा ही बनाया। एकदम वैसा ही गुरुकुल जैसा वैदिक काल में होता था, जहाँ राजकुमार, राजकुमारियां व ब्रह्म स्वरूप ईश्वरीय शक्तियाँ शिक्षा प्राप्त कर अपने राज्य के उत्कृष्ट सम्राट बनते थे। भारत एक विश्व गुरु था। 530 ईसा पूर्व तक दुनिया की आधी से ज्यादा संपत्ति भारत के पास थी
और फिर शुरू हुआ भारत पर आक्रमण का सिलसिला और मेरा भारत लुटता रहा। कभी धन संपदा से तो कभी ज्ञान संपदा से। हमारे गुरुकुल इतने महान थे कि इनमें दुनिया को बदल दे ऐसा ज्ञान दिया जाता था। 18 अलग अलग विषयों में शिक्षा दी जाती थी। 1858 में ब्रिटिश सरकार एक एजुकेशन एक्ट लाई। लॉर्ड मैकॉले ने तब सबसे पहले एक सर्वे करवाया। सर्वे में यह पाया गया कि भारत का लिटरेसी रेट 97% है। यह जानकर उनको बहुत हैरानी हुई और उन्होंने सभी गुरुकुलों में आग लगा दी और सभी गुरुओं को मारा गया और फिर आगमन हुआ कॉन्वेंट सिस्टम का। आओ भारत को जागृत करें, ऋषि मुनियों के ज्ञान को बचाना है और अपनी आने वाली पीढ़ी तक पहुंचाना है। एक दूसरे का साथ दे और आधुनिक युग के भारत को विश्व गुरु बनाने वाली गुरुकुल शिक्षा को उजागर करें। बच्चों में कोडिंग, आर्टिफिशियल इंटेलिजेंस, एप्लीकेशन डेवलपमेंट, एथिकल हैकिंग, पब्लिक स्पीकिंग के साथ साथ ब्रह्मचर्य, मंत्रोच्चारण, निर्भय तथा सत्य जैसे दैवीय गुणों के संगम से प्रत्येक विद्यार्थी को महानता की ओर ले चले।